ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਤਾਨ ਦੀਵਾਨ, ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਹੂ ਨਹੀਂ, ਜਿਸ ਪਹਿ ਕਰੂੰ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ, ਤੁਧ ਆਗੇ ਅਰਦਾਸ ਹਮਾਰੀ। ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਨਮਾਨਯੋਗ ਜੁਗਹੁ ਜੁਗ ਅਟਲ ਸਰਵਰੇ ਕਾਇਨਾਤ ਪਰਮੇਸ਼ਵਰ ਜੀ ਦਾ ਹਿਰਦਾ ਸਵਰੂਪ, ਸੁੱਖਾਂ ਦੇ ਦਾਤੇ, ਦੁੱਖ ਭੰਜਨ ਸੁਆਮੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਹੋਏ ਸਤਿਕਾਰਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਪਿਛਲੇ ਕੁਝ ਕੁ ਦਿਨਾਂ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੁਆਰਾ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਆਪਾਂ ਕਰ ਰਹੇ ਹਾਂ। ਯਤਨ ਕੀਤਾ ਜਾ ਰਿਹਾ ਹੈ ਸਤਿਗੁਰਾਂ ਜੀ ਦੇ ਇਹਨਾਂ ਗੋਹਜ ਭੇਦਾਂ ਨੂੰ ਬਾਣੀ ਦੇ ਜ਼ਰੀਏ, ਵਿਚਾਰ ਦੇ ਜ਼ਰੀਏ ਆਪਾਂ ਖੋਜ ਸਕੀਏ ਔਰ ਜੀਵਨ ਦੇ ਵਿੱਚ ਇਹਨਾਂ ਨੂੰ ਆਪਾਂ ਅਪਣਾ ਕੇ ਇੱਕ ਓੰਕਾਰ ਦੇ ਵਿੱਚ ਅਭੇਦ ਹੋ ਸਕੀਏ। ਸਤਿਗੁਰਾਂ ਜੀ ਦੇ ਇਹਨਾਂ ਅਮੋਲਕ ਗੁਣਾਂ ਨੂੰ ਆਪਾਂ ਕੁਝ ਕੁ ਵਿਚਾਰ ਵੀ ਚੁੱਕੇ ਹਾਂ, ਜਿਵੇਂ ਇੱਕ ਓੰਕਾਰ ਦੀ ਵਿਚਾਰ, ਸਤਨਾਮ ਦੀ ਵਿਚਾਰ, ਕਰਤਾ ਪੁਰਖ ਤੇ ਨਿਰਭਉ ਦੀ ਵਿਚਾਰ, ਇਹਨਾਂ ਗੁਣਾਂ ਦੀ ਵਿਚਾਰ ਆਪਾਂ ਕੀਤੀ ਹੈ। ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਰਮਾਤਮਾ ਦੇ ਸੰਬੰਧੀ ਜਿਹੜਾ ਗੁਣ ਬਿਆਨ ਕੀਤਾ ਹੈ, ਇਹ ਗੁਣ ਹੈ ਨਿਰਵੈਰ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਖਦੇ ਨੇ ਕਿ ਪਰਮਾਤਮਾ ਜੇ ਨਿਰਭਉ ਹੈ, ਕਿਸੇ ਕੋਲ ਡਰਦਾ ਨਹੀਂ, ਕਿਸੇ ਦਾ ਭੈ ਨਹੀਂ ਸਤਾਉਂਦਾ ਪਰਮਾਤਮਾ ਨੂੰ, ਤੇ ਪਰਮਾਤਮਾ ਕੋਲ ਇਹ ਵੀ ਬਹੁਤ ਵੱਡਾ ਗੁਣ ਹੈ ਕਿ ਪਰਮਾਤਮਾ ਨਿਰਵੈਰ ਹੈ, ਭਾਵ ਕਿਸੇ ਦੇ ਨਾਲ ਵੈਰ ਵੀ ਪਰਮਾਤਮਾ ਨਹੀਂ ਰੱਖਦਾ। ਵੈਰ ਤੋਂ ਰਹਿਤ ਹੈ ਪਰਮਾਤਮਾ। ਜਦੋਂ ਇਸ ਸ੍ਰਿਸ਼ਟੀ ਨੂੰ, ਇਸ ਦੁਨੀਆ ਨੂੰ, ਪਰਮਾਤਮਾ ਦੀ ਰਚਨਾ ਨੂੰ ਆਪਾਂ ਵੇਖਦੇ ਹਾਂ ਨਾ, ਤੇ ਆਪ ਸਭਨਾਂ ਨੂੰ ਭਲੀ ਭਾਂਤੀ ਗਿਆਤ ਹੈ, ਤੇ ਬਾਣੀ ਨੇ ਵੀ ਇਸ ਗੱਲ ਦੀ ਗਵਾਹੀ ਭਰੀ ਕਿ ਇਹ ਸਾਰੀ ਰਚਨਾ ਪਰਮਾਤਮਾ ਦੀ ਆਪਣੀ ਬਣਾਈ ਹੋਈ ਹੈ, ਆਪ ਰਚੀ ਹੋਈ ਹੈ। ਪਰਮਾਤਮਾ ਨੇ ਬੜੇ ਚਾਉ ਦੇ ਨਾਲ, ਬੜੇ ਪ੍ਰੇਮ ਦੇ ਨਾਲ ਇਸ ਰਚਨਾ ਨੂੰ ਰਚਿਆ, ਜੀਵਾਂ ਨੂੰ ਬਣਾਇਆ, ਸਮੁੱਚੀ ਕਾਇਨਾਤ ਨੂੰ ਸਜਾਇਆ। ਤੇ ਇੱਕ ਗੱਲ ਵਿਚਾਰਨ ਵਾਲੀ ਹੈ, ਜਿਸ ਪਰਮਾਤਮਾ ਨੇ ਇਹ ਕਾਇਨਾਤ ਨੂੰ ਆਪ ਆਪਣੇ ਹੱਥੀਂ ਪ੍ਰੇਮ ਦੇ ਨਾਲ ਬਣਾਇਆ, ਫਿਰ ਉਹ ਇਹ ਪਰਮਾਤਮਾ ਇਸ ਕਾਇਨਾਤ ਦੇ ਨਾਲ ਵੈਰ ਕਿਵੇਂ ਕਰ ਸਕਦਾ ਹੈ? ਕਿਉਂਕਿ ਉਹਦੀ ਆਪਣੀ ਰਚੀ ਹੋਈ ਹੈ ਰਚਨਾ। ਪਰਮਾਤਮਾ ਬਿਲਕੁਲ ਨਿਰਵੈਰ ਹੈ, ਜੇ ਉਹਨੇ ਆਪ ਬਣਾਈ ਹੈ, ਤੇ ਪ੍ਰੇਮ ਵੀ ਕਰਦਾ ਹੈ ਆਪਣੀ ਲੋਕਾਈ ਦੇ ਨਾਲ, ਪਿਆਰ ਵੀ ਕਰਦਾ ਹੈ। ਸਤਿਗੁਰਾਂ ਦੇ ਬਚਨ ਆਪਾਂ ਪੜ੍ਹਦੇ ਹਾਂ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ।
ਪਰਮਾਤਮਾ ਦਾ ਹੀ ਇਹਦੇ ਅੰਦਰ ਵਾਸ ਹੈ, ਪਰਮਾਤਮਾ ਹੀ ਇਸ ਲੋਕਾਈ ਨਾਲ ਪ੍ਰੇਮ ਕਰਦਾ ਹੈ। ਪਰਮਾਤਮਾ ਜੇ ਨਿਰਵੈਰ ਹੈ, ਇੱਕ ਬੇਨਤੀ ਜਿਹੜੀ ਤੁਹਾਡੇ ਨਾਲ ਅੱਜ ਮੈਂ ਖਾਸ ਕਰਕੇ ਸਾਂਝ ਪਾਉਣੀ ਹੈ ਵੀ ਜੇ ਪਰਮਾਤਮਾ ਨਿਰਵੈਰ ਹੈ ਤੇ ਉਸ ਨਿਰਵੈਰ ਪਰਮਾਤਮਾ ਦੇ ਵਿੱਚ ਅਭੇਦ ਅਸੀਂ ਹੋਣਾ ਹੈ ਤੇ ਸਾਨੂੰ ਵੀ ਜੀਵਨ ਦੇ ਵਿੱਚ ਨਿਰਵੈਰਤਾ ਦਾ ਗੁਣ ਧਾਰਨ ਕਰਨਾ ਪਵੇਗਾ, ਤਾਂ ਹੀ ਅਸੀਂ ਉਸ ਇੱਕ ਓੰਕਾਰ ਦੇ ਵਿੱਚ ਅਭੇਦ ਹੋ ਸਕਦੇ ਹਾਂ। ਜਦੋਂ ਤੱਕ ਇਨਸਾਨ ਦੇ ਹਿਰਦੇ ਦੇ ਵਿੱਚ, ਇਨਸਾਨ ਦੇ ਮਨ ਦੇ ਵਿੱਚ ਵੈਰ ਵਿਰੋਧਤਾ ਈਰਖਾ ਰਹੇਗੀ, ਪਰਮਾਤਮਾ ਦੇ ਵਿੱਚ ਅਭੇਦ ਨਹੀਂ ਹੋ ਸਕਦਾ, ਕਿਉਂਕਿ ਨਿਰਵੈਰ ਦੇ ਵਿੱਚ ਅਭੇਦ ਹੋਣ ਲਈ ਖੁਦ ਵੀ ਇਨਸਾਨ ਨੂੰ ਨਿਰਵੈਰ ਹੋਣਾ ਪਵੇਗਾ। ਪਰ ਇਹ ਗੱਲ ਹੈ ਬੜੀ ਕਠਿਨ ਹੈ, ਇਹ ਖੇਡ ਹੈ ਬੜੀ ਹੀ ਕਠਿਨ। ਇਨਸਾਨ ਨਿਰਵੈਰ ਹੋ ਜਾਵੇ, ਬੜੀ ਘਾਲਣਾ ਘਾਲਣੀ ਪਵੇਗੀ ਜੀਵਨ ਦੇ ਅੰਦਰ। ਸੱਚ ਜਾਣਿਆ ਜੇ ਇੱਕ ਇਨਸਾਨ ਦੂਜੇ ਇਨਸਾਨ ਦੀ ਮਦਦ ਕਰਦਾ ਹੋਵੇ, ਉਹਨੂੰ ਮਾਇਕ ਪਦਾਰਥ ਵੀ ਦਿੰਦਾ ਹੋਵੇ, ਉਹਦੀ ਸਹਾਇਤਾ ਵੀ ਕਰਦਾ ਹੋਵੇ, ਦੁੱਖ ਸੁੱਖ ਦੇ ਵਿੱਚ ਉਹਦਾ ਸੰਗੀ ਵੀ ਬਣੇ, ਤੇ ਐਸਾ ਸਹਾਇਤਾ ਕਰਨ ਵਾਲੇ ਮਨੁੱਖ ਨੂੰ ਜੇ ਪਤਾ ਲੱਗ ਜਾਵੇ ਕਿ ਜਿਸ ਮਨੁੱਖ ਨੂੰ ਮੈਂ ਹਰ ਇੱਕ ਮਹੀਨੇ ਪੈਸਾ ਦਿੰਨਾ ਉਹਦੇ ਗੁਜ਼ਾਰੇ ਦੇ ਲਈ, ਉਹਦੇ ਭਲੇ ਦੇ ਲਈ, ਜੇ ਇਨਸਾਨ ਨੂੰ ਪਤਾ ਲੱਗ ਜਾਵੇ ਕਿ ਉਹ ਇਨਸਾਨ ਤੇ ਇਸ ਪੈਸੇ ਦੇ ਨਾਲ ਨਸ਼ੇ ਕਰਦਾ ਹੈ, ਇਸ ਪੈਸੇ ਦਾ ਦੁਰਵਿਵਹਾਰ ਕਰਦਾ ਹੈ, ਇਸ ਪੈਸੇ ਦੇ ਨਾਲ ਜੂਆ ਖੇਡਦਾ ਹੈ, ਭਾਵ ਇਸ ਪੈਸੇ ਦਾ ਜੋ ਮੈਂ ਮਾਇਕ ਸਹਾਇਤਾ ਦਿੰਨਾ ਉਹਦਾ ਮਿਸਯੂਜ਼ ਕਰਦਾ ਹੈ, ਉਹ ਬੰਦਾ ਉਸੇ ਵੇਲੇ ਗੁਰੂ ਸਵਾਰੇ ਉਹਦੀ ਮਦਦ ਕਰਨਾ ਬੰਦ ਕਰ ਦੇਵੇਗਾ, ਕਿਉਂਕਿ ਅੰਦਰ ਅਜੇ ਨਿਰਵੈਰਤਾ ਨਹੀਂ ਮਨੁੱਖ ਦੇ ਆਈ। ਮਨੁੱਖ ਸੋਚੇਗਾ ਮੈਂ ਇੰਨੀ ਮਿਹਨਤ ਕਰਕੇ ਇਹਦੀ ਮਦਦ ਕਰਦਾ ਤੇ ਇਸ ਪੈਸੇ ਦਾ ਮਿਸਯੂਜ਼ ਕਰਦਾ, ਮੈਂ ਇਹਦੀ ਮਦਦ ਨਹੀਂ ਕਰਨੀ। ਪਰ ਪਰਮਾਤਮਾ ਦੀ ਵਡਿਆਈ ਐਡੀ ਵੱਡੀ, ਆਪਾਂ ਹੈਰਾਨ ਹੁੰਨੇ ਆ। ਪਰਮਾਤਮਾ ਇਸ ਸੰਸਾਰ ਦੇ ਅੰਦਰ ਪਾਪੀਆਂ ਨਾ ਪਾਪੀਆਂ ਨੂੰ ਵੀ ਰਿਜ਼ਕ ਦਿੰਦਾ ਹੈ, ਮਨਮੁਖ ਨੂੰ ਵੀ ਰਿਜ਼ਕ ਦਿੰਦਾ ਹੈ, ਅਧਰਮੀਆਂ ਨੂੰ ਵੀ ਰਿਜ਼ਕ ਦਿੰਦਾ ਹੈ। ਪਰਮਾਤਮਾ ਕਦੀ ਕਿਸੇ ਨਾਲ ਵੈਰ ਨਹੀਂ ਕਰਦਾ। ਅੱਜ ਤੀਕਰਾਂ ਤੱਕ ਪਰਮਾਤਮਾ ਨੇ ਕਦੀ ਨਹੀਂ ਆਖਿਆ ਹੋਵੇਗਾ ਕਿ ਫਲਾਣਾ ਬੰਦੇ ਨੂੰ ਮੈਂ ਸਾਰੀ ਉਮਰ ਹੋ ਗਈ ਇਹ ਰਿਜ਼ਕ ਦਿੰਦਿਆਂ, ਇਹਨੇ ਮੈਨੂੰ ਕਦੀ ਯਾਦ ਨਹੀਂ ਕੀਤਾ। ਜਪ ਬਾਣੀ ਦੇ ਅੰਦਰ ਆਪਾਂ ਵਚਨ ਪੜ੍ਹਦੇ ਹਾਂ ਨਾ, ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ। ਜੇ ਇਸ ਸੰਸਾਰ ਦੇ ਅੰਦਰ ਪ੍ਰਮਾਤਮਾ ਜਪਣ ਵਾਲਿਆਂ ਨੂੰ ਪੈਦਾ ਕੀਤਾ, ਨਾਮ ਜਪਣ ਵਾਲਿਆਂ ਨੂੰ, ਬੰਦਗੀ ਕਰਨ ਵਾਲਿਆਂ ਨੂੰ, ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ, ਚੰਗੇ ਕਰਮ ਕਰਨ ਵਾਲਿਆਂ ਨੂੰ ਪੈਦਾ ਕੀਤਾ, ਉਹਨਾਂ ਨੂੰ ਵੀ ਪਾਲਿਆ। ਤੇ ਅਗਲੇਰੇ ਹੀ ਬਚਨ ਪੜ੍ਹ ਕੇ ਵੇਖੋ, ਸਤਿਗੁਰੂ ਜੀ ਆਖਦੇ ਨੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਏ। ਪਾਪੀ ਵੀ ਇਸ ਸੰਸਾਰ ਦੇ ਉੱਤੇ ਨੇ, ਕਾਤਲ ਵੀ ਇਸ ਸੰਸਾਰ ਦੇ ਉੱਤੇ ਨੇ, ਚੋਰੀਆਂ ਕਰਨ ਵਾਲੇ, ਠੱਗੀਆਂ ਕਰਨ ਵਾਲੇ, ਦਿਨ ਰਾਤ ਲੁੱਟਾ ਖੋਹ ਕਰਨ ਵਾਲੇ ਵੀ ਇਸ ਸੰਸਾਰ ਦੇ ਉੱਤੇ ਨੇ। ਪਰਮਾਤਮਾ ਉਹਨਾਂ ਨੂੰ ਵੀ ਤੇ ਪਾਲਦਾ ਹੀ ਪਿਆ ਹੈ ਨਾ, ਕਿਉਂਕਿ ਪਰਮਾਤਮਾ ਦੇ ਵਿੱਚ ਨਿਰਵੈਰਤਾ ਹੈ। ਉਹ ਕਿਸੇ ਦੇ ਨਾਲ ਜਾਤ ਕਰਕੇ, ਬਰਾਦਰੀ ਕਰਕੇ, ਊਚ ਨੀਚ ਕਰਕੇ ਜਾਂ ਕਿਸੇ ਹੋਰ ਵਖਰੇਵੇਂ ਕਰਕੇ ਕਦੀ ਵੀ ਭੇਦ ਭਾਵ ਨਹੀਂ ਕਰਦਾ। ਉਹਦੇ ਲਈ ਸਾਰੀ ਲੁਕਾਈ ਇੱਕ ਸਮਾਨ ਹੈ, ਉਹ ਕਿਸੇ ਨਾਲ ਵੈਰ ਵਿਰੋਧਤਾ ਨਹੀਂ ਕਰਦਾ। ਇਹੀ ਗੁਣ ਮਨੁੱਖਤਾ ਦੇ ਹਿਰਦੇ ਦੇ ਵਿੱਚ ਵੀ ਪੈਦਾ ਹੋਣਾ ਚਾਹੀਦਾ ਹੈ। ਸੱਚ ਜਾਣਿਆ ਜੇ ਜਿਸ ਦਿਨ ਮਨੁੱਖ ਦੇ ਹਿਰਦੇ ਦੇ ਵਿੱਚ ਪਰਮਾਤਮਾ ਵਰਗਾ ਨਿਰਵੈਰਤਾ ਦਾ ਗੁਣ ਪੈਦਾ ਹੋ ਗਿਆ, ਇਹ ਸੰਸਾਰ ਸਵਰਗ ਨਾਲੋਂ ਵੀ ਸੋਹਣਾ ਹੋ ਜਾਵੇਗਾ, ਜਿਹੜਾ ਅੱਜ ਨਰਕ ਨਾਲੋਂ ਵੀ ਭੈੜਾ ਬਣਿਆ ਹੋਇਆ ਹੈ। ਸਤਿਗੁਰਾਂ ਦੀ ਬਾਣੀ ਦੇ ਵਿੱਚੋਂ ਕੁਝ ਕੁ ਸ਼ਬਦ ਆਪਾਂ ਵਿਚਾਰ ਲਈਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਖਦੀ ਏ, ਬੰਦਿਆ ਵੈਰ ਕਿਹਦੇ ਨਾਲ ਕਰ ਰਿਹਾ ਤੂੰ? ਜੇ ਬੰਦਾ ਆਖੇ ਕਿ ਫਲਾਣਾ ਮੇਰਾ ਵੈਰੀ ਏ, ਤੇ ਸੱਚ ਜਾਣਿਆ ਜੇ ਜਿਹਨੂੰ ਅਸੀਂ ਵੈਰੀ ਕਹਿ ਰਹੇ ਹਾਂ ਉਹਦੇ ਅੰਦਰ ਵੀ ਤੇ ਪ੍ਰਮਾਤਮਾ ਬੈਠਾ ਹੈ। ਤੇ ਇਹਦਾ ਭਾਵ ਹੋਇਆ ਅਸੀਂ ਉਸ ਬੰਦੇ ਨੂੰ ਆਪਣਾ ਵੈਰੀ ਨਹੀਂ ਬਣਾਇਆ, ਅਸੀਂ ਪ੍ਰਮਾਤਮਾ ਨੂੰ ਆਪਣਾ ਵੈਰੀ ਆਖਦੇ ਪਏ ਹਾਂ।
ਜੇ ਅਸੀਂ ਕਿਸੇ ਫਲਾਣੇ ਬੰਦੇ ਦਾ ਨੁਕਸਾਨ ਜੀਵਨ ਦੇ ਵਿੱਚ ਕੀਤਾ ਹੈ, ਤੇ ਜਿਹੜਾ ਪ੍ਰਮਾਤਮਾ ਮੇਰੇ ਹਿਰਦੇ ਵਿੱਚ ਵਸਿਆ ਹੈ ਉਹਦੇ ਅੰਦਰ ਵੀ ਤੇ ਉਹੀ ਪ੍ਰਮਾਤਮਾ ਬੈਠਾ ਹੈ। ਇਹਦਾ ਮਤਲਬ ਮੈਂ ਨੁਕਸਾਨ ਇੱਕ ਸਰੀਰ ਦਾ ਨਹੀਂ ਕੀਤਾ, ਮੈਂ ਨੁਕਸਾਨ ਪ੍ਰਮਾਤਮਾ ਦਾ ਕੀਤਾ ਹੈ, ਕਿਉਂਕਿ ਉਹਦੇ ਅੰਦਰ ਵੀ ਤੇ ਪ੍ਰਮਾਤਮਾ ਦੀ ਜੋਤ ਵਸ ਰਹੀ ਹੈ ਨਾ। ਸਤਿਗੁਰੂ ਜੀ ਆਖਦੇ ਨੇ, ਬੰਦਿਆ ਤੇਰੇ ਹਿਰਦੇ ਦੇ ਵਿੱਚ ਇੱਕ ਗੱਲ ਸਦੀ ਵੀ ਕਾਲ ਲਈ ਯਾਦ ਰਹਿਣੀ ਚਾਹੀਦੀ ਏ ਕਿ ਏਕ ਪਿਤਾ ਇੱਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਇਹ ਅਕਾਲ ਪੁਰਖ ਜੀਓ, ਤੂੰ ਸਾਰਿਆਂ ਦਾ ਪਿਤਾ ਏ ਤੇ ਸਾਰੇ ਤੇਰੇ ਪੁੱਤਰ ਨੇ। ਜੇ ਸਾਰੇ ਪੁੱਤਰ ਨੇ ਤੇ ਅਸੀਂ ਸਾਰੇ ਇੱਕ ਦੂਜੇ ਦੇ ਭੈਣ ਭਰਾ ਹੀ ਹੋਏ। ਇੱਕ ਭਰਾ ਦੂਜੇ ਭਰਾ ਦਾ ਨੁਕਸਾਨ ਕਿਉਂ ਕਰੇ? ਇੱਕ ਦੂਜੇ ਦਾ ਸਤਿਕਾਰ ਕਿਉਂ ਨਾ ਕਰੀਏ? ਇੱਕ ਦੂਜੇ ਨਾਲ ਪਿਆਰ ਕਿਉਂ ਨਾ ਕਰੀਏ? ਕਿਉਂਕਿ ਸਾਰਿਆਂ ਦੇ ਅੰਦਰ ਪ੍ਰਮਾਤਮਾ ਬੈਠਾ ਹੈ। ਸਾਨੂੰ ਜੇ ਨਜ਼ਰ ਹੀ ਨਹੀਂ ਆ ਰਿਹਾ, ਇਹਦਾ ਮਤਲਬ ਸਾਡੇ ਅੰਦਰ ਅਜੇ ਤੱਕ ਉਹ ਨਿਰਵੈਰਤਾ ਦਾ ਗੁਣ ਆਇਆ ਨਹੀਂ। ਸਤਿਗੁਰਾਂ ਨੇ ਇੱਕ ਥਾਂ ਤੇ ਬਾਣੀ ਦੇ ਵਿੱਚ ਇਉਂ ਵੀ ਜ਼ਿਕਰ ਕੀਤਾ। ਸਤਿਗੁਰੂ ਜੀ ਆਖਦੇ ਨੇ, ਗੁਰਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਸਾਰਿਆਂ ਦੇ ਅੰਦਰ ਭੈਣ ਭਰਾਵਾਂ ਵਾਲਾ ਪ੍ਰੇਮ ਹੋਣਾ ਚਾਹੀਦਾ ਹੈ, ਕਿਉਂਕਿ ਸਾਰਿਆਂ ਦੇ ਅੰਦਰ ਪਰਮਾਤਮਾ ਬੈਠਾ ਹੋਇਆ ਹੈ। ਜੇ ਸਾਡੇ ਜੀਵਨ ਦੇ ਵਿੱਚ ਦੁੱਖ ਬਣੇ ਹੋਏ ਨੇ ਨਾ, ਜੇ ਸਾਡੇ ਜੀਵਨ ਦੇ ਅੰਦਰ ਕਦੀ ਸੁੱਖ ਦਸਤਕ ਨਹੀਂ ਦਿੰਦੇ ਪਏ, ਸਦੀ ਵੀ ਕਾਲ ਲਈ ਸਾਡਾ ਜੀਵਨ ਜਿਹੜਾ ਦੁਖੀ ਹੋ ਰਿਹਾ ਹੈ, ਅਸੀਂ ਚਿੰਤਾ ਦੇ ਵਿੱਚ ਚੁਰ ਹੋਏ ਪਏ ਆ, ਅਸੀਂ ਦੁਖੀ ਰੋਨੇ ਪਏ ਆ, ਇਹਦਾ ਮਤਲਬ ਪਤਾ ਕੀ ਹੋਇਆ? ਅਜੇ ਤੱਕ ਜੀਵਨ ਦੇ ਵਿੱਚ ਸਾਡੇ ਜੇ ਦੁੱਖ ਬਣੇ ਹੋਏ ਨੇ, ਅਸੀਂ ਗੁਰੂ ਸਵਾਰਿਓ ਪਰਮਾਤਮਾ ਨੂੰ ਦੂਜਿਆਂ ਦੇ ਵਿੱਚ ਖੋਜ ਹੀ ਨਹੀਂ ਸਕੇ, ਆਪਣੇ ਵਿੱਚੋਂ ਖੋਜ ਹੀ ਨਹੀਂ ਸਕੇ। ਇਸੇ ਕਰਕੇ ਦੁੱਖ ਨਹੀਂ ਮਿਟਿਆ। ਜੇ ਦੂਜਿਆਂ ਦੇ ਨਾਲ ਵੈਰ ਵਿਰੋਧਤਾ ਜਦ ਤੱਕ ਰੱਖਾਂਗੇ, ਜੀਵਨ ਦੇ ਵਿੱਚੋਂ ਦੁੱਖ ਮਿਟਣਾ ਹੀ ਕੋਈ ਨਹੀਂ। ਬਾਣੀ ਦਾ ਬਚਨ ਮੈਂ ਆਪ ਜੀ ਦੇ ਨਾਲ ਸਾਂਝ ਪਾ ਦਿਆਂ। ਸਤਿਗੁਰਾਂ ਨੇ ਸਾਨੂੰ ਹਦਾਇਤ ਕੀਤੀ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਮੇਰੇ ਮੀਤ। ਐ ਮੇਰੇ ਮਿੱਤਰਾ, ਤੇਰੇ ਜੀਵਨ ਦੇ ਵਿੱਚ ਦੁੱਖ ਉਦੋਂ ਤੱਕ ਹੀ ਹੈ ਜਦੋਂ ਤੱਕ ਤੂੰ ਕਿਸੇ ਨੂੰ ਦੁਸ਼ਮਣ ਕਹਿੰਦਾ, ਕਿਸੇ ਨੂੰ ਆਪਣਾ ਮਿੱਤਰ ਆਖਦਾ, ਕਿਸੇ ਨੂੰ ਆਖਦਾ ਆ ਮੇਰਾ ਆਪਣਾ ਏ, ਆ ਮੇਰਾ ਪਰਾਇਆ ਏ, ਮੈਂ ਇਹਨੂੰ ਜਾਣਦਾ ਇਹਨੂੰ ਨਹੀਂ ਜਾਣਦਾ, ਆ ਉੱਚੀ ਜਾਤ ਵਾਲਾ, ਆ ਨੀਵੀਂ ਜਾਤ ਵਾਲਾ। ਜਦੋਂ ਤੱਕ ਇਹ ਵਖਰੇਵਾਂ ਤੇਰੇ ਹਿਰਦੇ ਦੇ ਵਿੱਚ ਬਣਿਆ ਰਹੇਗਾ, ਦੁੱਖ ਤੇਰੇ ਜੀਵਨ ਦੇ ਵਿੱਚੋਂ ਕਦੀ ਮਿਟ ਹੀ ਨਹੀਂ ਸਕਦਾ। ਗੁਰੂ ਅਰਜਨ ਪਾਤਸ਼ਾਹ ਨੇ ਬਾਣੀ ਦੇ ਵਿੱਚ ਇੱਕ ਬੜਾ ਕਮਾਲ ਦਾ ਬਚਨ ਆਖਿਆ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੀਵਨ ਦੇ ਵਿੱਚ ਤੂੰ ਭਾਵੇਂ ਦੀ ਜਿੰਨੀ ਮਰਜ਼ੀ ਬੰਦਗੀ ਕਰ ਲੈ, ਜਿੰਨੀ ਮਰਜ਼ੀ ਜੀਵਨ ਦੇ ਵਿੱਚ ਤੂੰ ਸਿਮਰਨ ਕਰ ਲੈ, ਨਾਮ ਜਪ ਲੈ ਬੰਦਿਆ, ਜੇ ਤੂੰ ਆਪਣੇ ਜੀਵਨ ਦੇ ਵਿੱਚ ਇਸ ਗੱਲ ਨੂੰ, ਇਸ ਸੋਚ ਨੂੰ ਧਾਰੀ ਬੈਠਾ ਨਾ ਵੀ ਫਲਾਣਾ ਬੰਦਾ, ਇਹਦੇ ਨਾਲ ਮੇਰਾ ਪਿਆਰ ਬੜਾ ਹੈ ਤੇ ਫਲਾਣੇ ਬੰਦੇ ਦੇ ਨਾਲ ਮੈਂ ਨਫ਼ਰਤ ਬੜੀ ਕਰਦਾ, ਤੇਰੇ ਮਨ ਹਿਰਦੇ ਦਾ ਟਿਕਾ ਉਦੋਂ ਤੱਕ ਬਣ ਹੀ ਨਹੀਂ ਸਕਦਾ। ਜਿੰਨੀ ਮਰਜ਼ੀ ਪਾਠ ਪੂਜਾ ਬੰਦਗੀ ਤੂੰ ਕਰੀ ਜਾ, ਉਦੋਂ ਤੱਕ ਮਨ ਦੇ ਵਿੱਚ ਤੇਰੇ ਟਿਕਾਉ ਪੈਦਾ ਨਹੀਂ। ਅਕਸਰ ਇਨਸਾਨ ਆਖਦਾ ਮੇਰਾ ਮਨ ਨਹੀਂ ਟਿਕਦਾ। ਮਨ ਇਸੇ ਕਰਕੇ ਨਹੀਂ ਟਿਕਦਾ, ਮਨ ਦੇ ਅੰਦਰ ਖਿਆਲ ਪਨਪਦੇ ਨੇ, ਫਲਾਣੇ ਬੰਦੇ ਨੇ ਮੈਨੂੰ ਆਹ ਆਖਿਆ ਸੀ, ਉਹਨੇ ਕ੍ਰੋਧ ਵਾਲੇ ਬਚਨ ਬੋਲੇ, ਉਹਨੇ ਪ੍ਰੇਮ ਵਾਲੇ ਬਚਨ ਬੋਲੇ। ਪਾਠ ਕਰਦਿਆਂ ਵੀ ਜਦੋਂ ਇਹ ਗੱਲਾਂ ਯਾਦ ਹੋਣ ਤੇ ਸੱਚ ਜਾਣਿਆ, ਜੇ ਉਹ ਕੀਤਾ ਹੋਇਆ ਪਾਠ, ਉਹ ਕੀਤੀ ਹੋਈ ਪੂਜਾ ਵੀ ਨਿਫਲ ਚਲੀ ਜਾਂਦੀ ਕਈ ਵੇਲੇ। ਸਤਿਗੁਰਾਂ ਨੇ ਆਖਿਆ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਸ਼ਚਲ ਨਾਹੀ ਚੀਤ। ਉਦੋਂ ਤੱਕ ਤੇਰਾ ਚਿੱਤ ਟਿਕਾ ਦੇ ਵਿੱਚ ਆ ਹੀ ਨਹੀਂ ਸਕਦਾ। ਆਪਾਂ ਰੋਜ਼ ਅਰਦਾਸ ਕਰਦੇ ਹਨ, ਅਰਦਾਸ ਦੇ ਅੰਦਰ ਸਿੱਖ ਬਹੁਤ ਕੁਝ ਆਪਣੇ ਗੁਰੂ ਦੇ ਕੋਲੋਂ ਮੰਗਦਾ ਹੈ, ਪਰ ਸਾਡੀ ਕੀਤੀ ਹੋਈ ਅਰਦਾਸ ਉਦੋਂ ਤੱਕ ਸੰਪੂਰਨ ਨਹੀਂ ਹੁੰਦੀ, ਉਦੋਂ ਤੱਕ ਸੰਪੂਰਨਤਾ ਦੀ ਅਰਦਾਸ ਦੇ ਉੱਤੇ ਮੋਹਰ ਨਹੀਂ ਲੱਗਦੀ, ਜਦੋਂ ਤੱਕ ਅਸੀਂ ਅਰਦਾਸ ਦੇ ਵਿੱਚ ਸਮੁੱਚੇ ਸੰਸਾਰ ਦਾ ਭਲਾ ਨਾ ਮੰਗ ਲਈਏ, ਸਮੁੱਚੇ ਸੰਸਾਰ ਦੇ ਲਈ ਸੁੱਖ ਨਾ ਮੰਗ ਲਈਏ।
ਇੱਕ ਗਾਥਾ ਮੇਰੇ ਜ਼ਿਹਨ ਦੇ ਵਿੱਚ ਆਈ। ਇੱਕ ਗੁਰੂ ਤੇ ਕੁਝ ਕੁ ਚੇਲੇ ਸੰਸਾਰੀ। ਗੁਰੂ ਨੇ ਸਾਰਿਆਂ ਨੂੰ ਪਾਠ ਪੂਜਾ ਕਰਾਈ ਅੰਮ੍ਰਿਤ ਵੇਲੇ ਦੀ। ਗੁਰੂ ਨੇ ਕਹਿ ਦਿੱਤਾ ਵੀ ਸਾਰਿਆਂ ਨੇ ਪਾਠ ਪੂਜਾ ਕਰ ਲਈ। ਚੇਲੇ ਆਖਦੇ ਨੇ ਹਾਂ ਜੀ ਅਸੀਂ ਸਾਰਿਆਂ ਨੇ ਪਾਠ ਪੂਜਾ ਕਰ ਲਈ। ਗੁਰੂ ਆਖਦਾ ਉਠੋ ਫਿਰ ਆਪਾਂ ਅਰਦਾਸ ਕਰੀਏ। ਤੇ ਸਾਰੇ ਜਣੇ ਅਰਦਾਸ ਦੇ ਵਿੱਚ ਇਹ ਆਖਿਓ ਕਿ ਹੇ ਅਕਾਲ ਪੁਰਖ ਜੀਓ, ਜਿੰਨੀ ਮੈਂ ਪਾਠ ਪੂਜਾ ਕੀਤੀ ਹੈ ਨਾ ਅੱਜ, ਇਹ ਸਾਰੀ ਪਾਠ ਪੂਜਾ ਦਾ ਫਲ ਜਿਹੜਾ ਸਮੁੱਚੇ ਸੰਸਾਰ ਦੇ ਜੀਵਾਂ ਨੂੰ ਮਿਲ ਜਾਵੇ, ਮੈਨੂੰ ਮਿਲੇ ਨਾ ਮਿਲੇ। ਜਦੋਂ ਇਹ ਬਚਨ ਆਖੇ, ਇੱਕ ਚੇਲੇ ਨੇ, ਇੱਕ ਸ਼ਿਸ਼ ਨੇ ਹੱਥ ਖੜਾ ਕਰ ਦਿੱਤਾ, ਆਖ ਦਿੱਤਾ ਗੁਰੂ ਜੀਓ ਮੇਰੇ ਮਨ ਦੇ ਵਿੱਚ ਇੱਕ ਵਿਚਾਰ ਹੈ। ਉਹਨਾਂ ਨੇ ਆਖਿਆ ਦੱਸ ਤੇਰੇ ਮਨ ਵਿੱਚ ਕੀ ਸ਼ੰਕਾ ਪੈਦਾ ਹੋਈ, ਕੀ ਵਿਚਾਰ ਪੈਦਾ ਹੋਈ? ਉਹਨੇ ਆਖਿਆ ਇਹ ਗੁਰੂ ਜੀਓ ਇਹ ਗੱਲ ਮੈਂ ਤੁਹਾਡੀ ਮੰਨ ਲੈਣਾ ਵੀ ਜਿਹੜਾ ਪਾਠ ਪੂਜਾ ਅਸੀਂ ਕੀਤੀ ਸਮੁੱਚੇ ਸੰਸਾਰ ਨੂੰ ਉਹਦਾ ਫਲ ਮਿਲਣਾ ਚਾਹੀਦਾ ਹੈ, ਪਰ ਮੈਨੂੰ ਇੱਕ ਰਿਆਇਤ ਦੇ ਦਿਓ, ਇੱਕ ਮੈਨੂੰ ਲਾਭ ਦੇ ਦਿਓ। ਮੈਂ ਇਹ ਕਹਿ ਸਕਾਂ ਕਿ ਇਹ ਅਕਾਲ ਪੁਰਖ ਜੀਓ ਮੇਰੀ ਪਾਠ ਪੂਜਾ ਦਾ ਫਲ ਸਮੁੱਚੇ ਸੰਸਾਰ ਨੂੰ ਮਿਲ ਜਾਵੇ, ਪਰ ਮੇਰੇ ਗਵਾਂਢੀ ਨੂੰ ਨਾ ਮਿਲੇ, ਕਿਉਂਕਿ ਮੇਰੇ ਗਵਾਂਢੀ ਦੇ ਨਾਲ ਮੇਰੀ ਵਿਰੋਧਤਾ ਬੜੀ ਏ। ਸਾਡੇ ਦੋਵਾਂ ਦੇ ਅੰਦਰ ਵੈਰ ਵਿਰੋਧਤਾ, ਲੜਾਈ ਝਗੜਾ ਚੱਲਦਾ ਹੀ ਰਹਿੰਦਾ। ਇਸੇ ਕਰਕੇ ਫਲ ਸਾਰੇ ਸੰਸਾਰ ਨੂੰ ਮਿਲ ਜਾਵੇ, ਕੋਈ ਪਰਵਾਹ ਨਹੀਂ, ਮੇਰੇ ਗਵਾਂਢੀ ਨੂੰ ਨਹੀਂ ਮਿਲਣਾ ਚਾਹੀਦਾ। ਜਦੋਂ ਐਸੇ ਸ਼ਬਦ ਉਸ ਚੇਲੇ ਨੇ ਆਖੇ ਨਾ, ਤੇ ਜਿਹੜਾ ਉਹਨਾਂ ਦਾ ਗੁਰੂ ਸੀ ਉਹਨੇ ਅੱਖ ਨਾ ਕੀਤਾ ਕਿ ਇਹ ਪਿਆਰਿਆ ਜਿੰਨਾ ਕੁਝ ਵੀ ਅੱਜ ਤੀਕਰਾਂ ਤੱਕ ਮੈਂ ਤੈਨੂੰ ਸਿਖਾਇਆ, ਜਿੰਨਾ ਕੁਝ ਵੀ ਅੱਜ ਤੀਕਰਾਂ ਤੱਕ ਮੈਂ ਤੈਨੂੰ ਪੜ੍ਹਾਇਆ ਨਾ, ਉਹਦੇ ਉੱਤੇ ਤੂੰ ਇੱਕ ਰਤੀ ਭਰ ਵੀ ਅਮਲ ਨਹੀਂ ਕੀਤਾ। ਉਹਨੇ ਆਖਿਆ ਨਹੀਂ ਮੈਂ ਅਮਲ ਕੀਤਾ ਹੈ। ਉਹਨੇ ਆਖਿਆ ਜੇ ਤੂੰ ਅਮਲ ਕੀਤਾ ਹੈ ਨਾ, ਫਿਰ ਅੱਜ ਅਰਦਾਸ ਕਰ ਹੈ ਅਕਾਲ ਪੁਰਖ ਜੀਓ, ਜਿਹੜੀ ਮੇਰੀ ਪਾਠ ਪੂਜਾ ਅੱਜ ਤੀਕਰਾਂ ਤੱਕ ਕੀਤੀ ਹੋਈ ਹੈ ਨਾ, ਇਹ ਸਾਰੀ ਪਾਠ ਪੂਜਾ ਦਾ ਫਲ ਜਿਹੜਾ ਸੰਸਾਰ ਨੂੰ ਮਿਲੇ ਨਾ ਮਿਲੇ, ਮੈਨੂੰ ਮਿਲੇ ਨਾ ਮਿਲੇ, ਮੇਰੇ ਗਵਾਂਢੀ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਮੇਰੇ ਗਵਾਂਢੀ ਦਾ ਜੀਵਨ ਮੇਰੇ ਨਾਲੋਂ ਵੀ ਜ਼ਿਆਦਾ ਸੁਖੀ ਕਰ ਦੇ। ਇਹ ਅਰਦਾਸ ਅੱਜ ਤੂੰ ਕਰ ਦੇ ਤੇ ਮੈਂ ਸਮਝਾਂਗਾ ਜੋ ਕੁਝ ਸਿਖਾਇਆ ਇਹ ਸਾਰਾ ਕੁਝ ਜੀਵਨ ਦੇ ਵਿੱਚ ਤੂੰ ਅਪਣਾ ਲਿਆ, ਅਮਲੀ ਜਾਮੇ ਤੌਰ ਤੇ। ਗੁਰੂ ਸਵਾਰਿਓ ਸਾਡੀ ਹਾਲਤ ਐਵੇਂ ਦੀ ਏ। ਅਸੀਂ ਚਾਹੁੰਦੇ ਹਾਂ, ਅਰਦਾਸਾਂ ਕਰਦੇ ਹਾਂ ਜ਼ਰੂਰ ਵੀ ਸੱਚੇ ਪਾਤਸ਼ਾਹ ਸਮੁੱਚੇ ਸੰਸਾਰ ਨੂੰ ਸੁੱਖ ਦੇਈਂ, ਪਰ ਜੇ ਸਾਡੇ ਅੰਦਰ ਵੈਰ ਵਿਰੋਧ ਹੈ ਨਾ, ਸਾਡਾ ਗਵਾਂਢੀ ਦੁਖੀ ਰਵੇ, ਫਲਾਣਾ ਮੇਰਾ ਦੁਸ਼ਮਣ ਹੈ, ਉਹਨੂੰ ਕਦੀ ਸੁੱਖ ਨਾ ਮਿਲੇ, ਤੇ ਸਾਡੀ ਕੀਤੀ ਹੋਈ ਪਾਠ ਪੂਜਾ ਵੀ ਨਿਫਲੇ। ਸਾਡੀ ਅਰਦਾਸ ਉਦੋਂ ਤੱਕ ਸੰਪੂਰਨ ਨਹੀਂ। ਸਤਿਗੁਰਾਂ ਨੇ ਆਖਿਆ ਆਪਾਂ ਰੋਜ਼ ਬਚਨ ਅਰਦਾਸ ਵਿੱਚ ਕਹਿੰਦੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਇਹ ਸਰਬੱਤ ਦਾ ਭਲਾ ਆਪਾਂ 2 ਵਾਰੀ ਮੰਗਦੇ ਹਾਂ ਅਰਦਾਸ ਦੇ ਵਿੱਚ। ਇੱਕ ਆਪਾਂ ਬੰਦ ਪੜ੍ਹਦੇ ਆ ਨਾ, ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਇਹ ਅਕਾਲ ਪੁਰਖ ਜੀਓ ਸਾਰਿਆਂ ਦੇ ਹਿਰਦੇ ਦੇ ਵਿੱਚ ਤੂੰ ਚੇਤੇ ਆਵੇਂ, ਤੇ ਤੂੰ ਚੇਤੇ ਆਵੇਂ ਤੇ ਸਾਰਿਆਂ ਨੂੰ ਜੀਵਨ ਵਿੱਚ ਸੁਖ ਮਿਲੇ। ਇਹ ਹੈ ਨਿਰਵੈਰਤਾ ਵਾਲਾ ਗੁਣ। ਜੀਵਨ ਦੇ ਅੰਦਰ ਨਿਰਵੈਰ ਬਣਾਂਗੇ ਤਾਂ ਹੀ ਨਿਰਵੈਰ ਦੇ ਵਿੱਚ ਅਭੇਦ ਹੋ ਸਕਾਂਗੇ। ਜੇ ਸਾਡੇ ਅੰਦਰ ਵੈਰ ਹੈ ਤੇ ਉਸ ਨਿਰਵੈਰ ਦੇ ਨਾਲ ਸਾਡੀ ਇੱਕ ਮਿਕਤਾ ਕਦੀ ਨਹੀਂ ਹੋ ਸਕਦੀ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਸਾਜਨ। ਸਾਡੇ ਅੰਦਰ ਸਾਜਨਤਾ ਵਾਲਾ ਗੁਣ ਪੈਦਾ ਹੋਵੇ ਤਾਂ ਹੀ ਪਰਮਾਤਮਾ ਦੇ ਨਾਲ ਸਾਡਾ ਪਿਆਰ ਪੈਦਾ ਹੋ ਸਕਦਾ ਹੈ, ਤਾਂ ਹੀ ਪਰਮਾਤਮਾ ਦੇ ਵਿੱਚ ਇੱਕ ਭੇਦਤਾ ਹੋ ਸਕਦੀ ਸਾਡੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ, ਤੇ ਸਤਿਗੁਰਾਂ ਜੀ ਦੇ ਘਰ ਦੇ ਵਿੱਚ ਇੱਕ ਪਰਿਵਾਰ ਆਇਆ, ਤੇ ਇਸ ਪਰਿਵਾਰ ਨੇ ਆ ਕੇ ਬੇਨਤੀ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਹ ਸਾਡਾ ਬੱਚਾ ਹੈ, ਇਹਦਾ ਨਾਮ ਹੈ ਭਾਈ ਜੱਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਹਨੇ ਅੰਮ੍ਰਿਤ ਦੀ ਦਾਤ ਛਕੀ ਹੈ, ਤੇ ਹੁਣ ਇਹ ਬਣ ਗਿਆ ਭਾਈ ਜੱਗਾ ਸਿੰਘ।
ਦਤਾਰ ਪਿਤਾ 6 ਮਹੀਨੇ ਬਾਅਦ ਇਹਦਾ ਅਸੀਂ ਵਿਆਹ ਕਰਨਾ ਹੈ। 6 ਮਹੀਨੇ ਬਾਅਦ ਇਹਦੇ ਆਨੰਦ ਕਾਰਜ ਨੇ। ਅੱਛਾ, ਸਾਡੇ ਕੋਲ ਕਿਉਂ ਲੈ ਕੇ ਆਏ? ਸਤਿਗੁਰਾਂ ਨੇ ਪੁੱਛ ਲਿਆ। ਪਰਿਵਾਰ ਆਖਦਾ, ਸਤਿਗੁਰੂ ਜੀ ਇਹਨੂੰ ਆਪਣੇ ਘਰ ਦੇ ਵਿੱਚੋਂ ਐਸੀ ਦਾਤ ਦੇ ਦਿਓ, ਇਹਦੇ ਜੀਵਨ ਦੇ ਵਿੱਚ ਐਸਾ ਪ੍ਰੇਮ ਪੈਦਾ ਹੋ ਜਾਵੇ ਰੱਬ ਦੇ ਪ੍ਰਤੀ, ਨਿਰੰਕਾਰ ਦੇ ਪ੍ਰਤੀ, ਆਪਣੇ ਪਰਿਵਾਰ ਦੇ ਪ੍ਰਤੀ, ਕਿ ਇਹਦਾ ਜਿਹੜਾ ਗ੍ਰਸਤ ਹੈ ਕੇਵਲ ਗ੍ਰਸਤ ਦੁਨਿਆਵੀ ਨਾ ਰਹਿ ਜਾਵੇ, ਇਹਦਾ ਗ੍ਰਸਤ ਧਰਮ ਬਣ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਖਦੇ ਨੇ, ਕੋਈ ਨਹੀਂ, ਛੱਡ ਜਾਵੋ। 3 ਕੁ ਮਹੀਨੇ ਦਾ ਸਮਾਂ ਉਹਨਾਂ ਨੇ ਮਿਥ ਲਿਆ। 3 ਕੁ ਮਹੀਨੇ ਬਾਅਦ ਅਸੀਂ ਲੈ ਜਾਵਾਂਗੇ। ਜਦੋਂ ਪਰਿਵਾਰ ਛੱਡ ਕੇ ਤੁਰ ਗਿਆ ਨਾ, ਭਾਈ ਜੱਗਾ ਸਿੰਘ ਜੀ ਸਵੇਰੇ ਉੱਠੇ, ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰਾਂ ਜੀ ਦੀ ਸਾਰੀ ਕਿਰਿਆ ਨੂੰ ਬੜੇ ਧਿਆਨ ਨਾਲ ਵੇਖਿਆ। ਕਿੰਨੇ ਵਜੇ ਸਤਿਗੁਰੂ ਇਸ਼ਨਾਨ ਕਰਦੇ ਨੇ, ਕਿੰਨੇ ਵਜੇ ਸਤਿਗੁਰੂ ਜੀ ਤਿਆਰ ਹੁੰਦੇ ਨੇ, ਕਿੰਨੇ ਵਜੇ ਸਤਿਗੁਰਾਂ ਜੀ ਦਾ ਭੋਜਨ ਕਿਹੜਾ ਸਿੰਘ ਲੈ ਕੇ ਆਉਂਦਾ ਹੈ, ਕਿੰਨੇ ਵਜੇ ਸਤਿਗੁਰੂ ਜੀ ਛਕ ਕੇ ਦੀਵਾਨ ਦੇ ਅੰਦਰ ਜਾਂਦੇ ਨੇ, ਕਿੰਨੇ ਵਜੇ ਦੀਵਾਨ ਦੀ ਸੰਪੂਰਨਤਾ ਹੁੰਦੀ ਹੈ, ਕਿੰਨੇ ਵਜੇ ਆਈਆਂ ਹੋਈਆਂ ਸੰਗਤਾਂ ਨੂੰ ਸਤਿਗੁਰੂ ਜੀ ਮਿਲਦੇ ਨੇ, ਕਿੰਨੇ ਵਜੇ ਨਿਤਨੇਮ ਹੁੰਦਾ। ਇਹ ਸਾਰੀ ਕਿਰਿਆ ਜਿਹੜੀ ਨੇਮ ਦੀ ਇਹਨੇ ਜੱਗਾ ਸਿੰਘ ਨੇ ਬੜੇ ਗੌਰ ਦੇ ਨਾਲ ਵੇਖੀ। ਜਦੋਂ ਸਾਰੀ ਕਿਰਿਆ ਵੇਖੀ, ਅੰਮ੍ਰਿਤ ਵੇਲੇ ਹੁਣ ਸਤਿਗੁਰਾਂ ਜੀ ਦੇ ਇਸ਼ਨਾਨ ਕਰਨ ਸਮੇਂ ਤੋਂ ਪਹਿਲਾਂ ਹੀ ਉੱਠ ਗਿਆ। ਇਸ਼ਨਾਨ ਦੀ ਗਾਗਰ ਆਪ ਲਿਆ ਕੇ ਧਰੀ, ਆਪ ਦੌੜ ਦੌੜ ਕੇ ਅਗਾਂਹ ਹੋ ਕੇ ਸੇਵਾ ਕਰਦਾ। ਇੰਨੀ ਕੁ ਭਾਵਨਾ ਨਾਲ ਸੇਵਾ ਕਰਦਾ। ਸਤਿਗੁਰੂ ਜੀ ਸੇਵਾ ਕਿਸੇ ਨੂੰ ਕਹਿੰਦੇ ਨੇ, ਜੱਗਾ ਆਪ ਅਗਾਂਹ ਹੋ ਕੇ ਉਹ ਸੇਵਾ ਕਰ ਦਿੰਦਾ ਹੈ। ਸਤਿਗੁਰਾਂ ਦੇ ਲਈ ਜਲ ਦੀ ਸੇਵਾ ਵੀ ਇਹ ਕਰਨ ਲੱਗ ਪਿਆ, ਪ੍ਰਸ਼ਾਦੇ ਦੀ ਵੀ ਸੇਵਾ, ਲੰਗਰ ਦੀ ਵੀ ਸੇਵਾ ਇਹ ਕਰਨ ਲੱਗ ਪਿਆ। ਸਤਿਗੁਰਾਂ ਜੀ ਦੇ ਪੁਸ਼ਾਕਾਂ, ਸਤਿਗੁਰਾਂ ਜੀ ਦੇ ਵਸਤਰ ਵੀ ਇਹ ਸਜਾ ਕੇ ਲਿਆਉਣ ਲੱਗ ਪਿਆ। ਸਤਿਗੁਰਾਂ ਜੀ ਦੇ ਅੱਗੇ ਪਿੱਛੇ 24 ਘੰਟੇ ਤੁਰਿਆ ਫਿਰਦਾ ਤੇ ਬੜੀ ਭਾਵਨਾ ਨਾਲ ਸੇਵਾ ਕਰਦਾ। ਜਦੋਂ ਦਿਨ ਰਾਤ ਫਿਰਦਾ ਨਾ, ਕੁਝ ਕੁ ਸਿੰਘ ਜਿਹੜੇ ਨੇ, ਜਿਹੜੇ ਸਤਿਗੁਰਾਂ ਦੇ ਹਜ਼ੂਰੀ ਸਿੰਘ ਕਹਿ ਲਈਏ, ਇਹ ਇਹਦੇ ਨਾਲ ਲੱਗਣ ਲੱਗ ਪਏ। ਭਾਵ ਇਹਦੇ ਨਾਲ ਥੋੜੀ ਜੀ ਵਿਰੋਧਤਾ ਕਰਨ ਲੱਗ ਪਏ। ਕਈ ਵੇਲੇ ਇੱਕ ਰਾਹ ਦੇ ਵਿੱਚ ਖੜੇ ਕਰਕੇ ਕਹਿ ਵੀ ਦੇਣਾ, ਜਗਿਆ ਤੂੰ ਸਤਿਗੁਰਾਂ ਤੋਂ ਥੋੜਾ ਪਰੇ ਹੀ ਰਿਹਾ ਕਰ। ਜਦੋਂ ਦਾ ਤੂੰ ਆਇਆ, ਸਾਡੀ ਜਿਹੜੀ ਵੈਲਿਊ ਹੈ ਨਾ, ਸਾਡੀ ਜਿਹੜੀ ਮਹੱਤਤਾ ਹੈ, ਉਹ ਘਟ ਗਈ ਹੈ ਥੋੜੀ। ਤੂੰ ਸਤਿਗੁਰਾਂ ਤੋਂ ਦੂਰ ਹੀ ਰਿਹਾ ਕਰ। ਜਿਹੜੀ ਸਾਡੀ ਸੇਵਾ ਅਸੀਂ ਕਰਾਂਗੇ, ਤੂੰ ਉਸ ਸੇਵਾ ਦੇ ਵਿੱਚ ਦਖਲ ਅੰਦਾਜ਼ੀ ਨਾ ਕਰਿਆ ਕਰ। ਇਹਨੇ ਬੜੀ ਨਿਮਰਤਾ ਦੇ ਨਾਲ ਹੱਥ ਜੋੜਨੇ। ਇਹਨੇ ਆਖਣਾ, ਪਿਆਰਿਓ ਵੀ ਤੁਸੀਂ ਤੇ ਸਾਰੀ ਉਮਰ, ਪਤਾ ਨਹੀਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਸੇਵਾ ਕਰਦੇ ਆ, ਹੋਰ ਕਿੰਨਾ ਸਮਾਂ ਸੇਵਾ ਕਰਨੀ। ਮੈਂ ਤੇ ਕੇਵਲ 3 ਮਹੀਨੇ ਆਇਆ ਤੇ ਸੇਵਾ ਕਰਕੇ ਤੁਰ ਜਾਣਾ, ਮੁੜ ਕੇ ਤੁਸੀਂ ਵੀ ਸੇਵਾ ਕਰਨੀ ਹੈ ਨਾ। ਇੱਕ ਬੇਨਤੀ ਕਰਾਂ, ਕੇਵਲ ਦਿਖਾਵਾ ਜਿਹੜਾ ਹੈ ਅਮੀਰੀ ਦਾ ਹੀ ਨਹੀਂ ਹੁੰਦਾ, ਸੇਵਾ ਦਾ ਵੀ ਦਿਖਾਵਾ ਬੜਾ ਸੰਸਾਰ ਦੇ ਅੰਦਰ। ਦਿਖਾਵਾ ਕੇਵਲ ਤੇ ਕੇਵਲ ਆਪਣੇ ਉੱਚੇਪਨ ਦਾ ਨਹੀਂ ਹੁੰਦਾ, ਨੀਵੇਂਪਨ ਦਾ ਦਿਖਾਵਾ ਵੀ, ਨਿਮਰਤਾ ਦਾ ਦਿਖਾਵਾ ਵੀ ਬੜਾ ਦੁਨੀਆ ਦੇ ਅੰਦਰ ਚੱਲਦਾ ਪਿਆ ਹੈ। ਲੋਕ ਸੇਵਾ ਕਰਦੇ ਨੇ ਦੁਨੀਆ ਨੂੰ ਵਿਖਾ ਵਿਖਾ ਕੇ ਵੀ ਮੈਂ ਬੜਾ ਵੱਡਾ ਸੇਵਾਦਾਰ ਹਾਂ। ਜੇ ਉਹਨੂੰ ਕੋਈ ਬਚਨ ਆਖੇ ਨਾ, ਉਹ ਅੱਗੋਂ ਆਖਦਾ ਜੀ ਮੈਂ ਤੇ ਸੇਵਾਦਾਰ ਹਾਂ। ਜੇ ਤੁਸੀਂ ਉਹਨੂੰ ਕਹਿ ਦਿਓ ਨਾ, ਹਾਂ ਤੂੰ ਤੇ ਬੜਾ ਨੀਵਾਂ ਜਿਹਾ ਸੇਵਾਦਾਰ ਹੈ, ਤੂੰ ਤੇ ਬੜਾ ਛੋਟਾ ਜਿਹਾ ਸੇਵਾਦਾਰ ਹੈ, ਅੱਗੋਂ ਲੜਨ ਨੂੰ ਪਵੇਗਾ। ਜਦ ਕਿ ਸੇਵਾਦਾਰ ਉਹਨੇ ਤਾਂ ਆਖਿਆ ਸੀ, ਮੈਂ ਸੇਵਾਦਾਰ ਆਖਾਂਗਾ, ਅੱਗੋਂ ਇਹ ਮੈਨੂੰ ਆਖੇਗਾ ਤੂੰ ਤੇ ਬੜਾ ਮਹਾਨ ਹੈ। ਆਪਣੀ ਹੋਮੇ ਨੂੰ ਪਾਲਣ ਲਈ ਆਪਣੇ ਆਪ ਨੂੰ ਸੇਵਾਦਾਰ ਰੱਖਿਆ। ਜੇ ਇਹੀ ਬੰਦੇ ਨੂੰ ਕਹਿ ਦਈਏ ਵਾਕਈ ਤੂੰ ਬੜਾ ਛੋਟਾ ਜਿਹਾ ਸੇਵਾਦਾਰ ਹੈ, ਬੰਦਾ ਗੱਲ ਪਿਆ ਨਹੀਂ ਲੱਥਦਾ। ਜੇ ਨਿਮਰਤਾ ਦਾ ਮੁਕਾਬਲਾ ਵੇਖਣਾ ਹੋਵੇ, ਜੇ ਕੋਈ ਬੰਦਾ ਮੰਜੀ ਤੇ ਬੈਠਾ ਹੈ, ਅਗਲਾ ਪੀੜਾ ਢਾ ਕੇ ਬਹਿ ਜਾਂਦਾ, ਮੈਂ ਤੇ ਥੱਲੇ ਬੈਠਾ, ਤੇਰੇ ਨਾਲੋਂ ਵੀ ਨਿਮਰ ਹਾਂ। ਜੇ ਕੋਈ ਪੀੜੀ ਤੇ ਬੈਠਾ, ਅਗਲਾ ਚਟਾਈ ਵਿਛਾ ਕੇ ਬਹਿ ਜਾਂਦਾ, ਮੈਂ ਤੇ ਤੇਰੇ ਨਾਲੋਂ ਵੀ ਨੀਵਾਂ ਹਾਂ। ਜੇ ਕੋਈ ਚਟਾਈ ਤੇ ਬੈਠਾ, ਅਗਲਾ ਧਰਤੀ ਖੋਦ ਕੇ ਬਹਿ ਜਾਂਦਾ, ਮੈਂ ਤੇ ਤੇਰੇ ਨਾਲੋਂ ਵੀ ਨੀਵਾਂ ਹਾਂ। ਜੇ ਇਸ ਪ੍ਰਕਾਰ ਦਾ ਮੁਕਾਬਲਾ ਚੱਲਦਾ ਪਿਆ ਨਾ, ਇਹਦਾ ਭਾਵ ਅਸੀਂ ਅੰਦਰੋਂ ਨਿਰਵੈਰ ਨਹੀਂ, ਅੰਦਰੋਂ ਸਾਡੇ ਨਿਮਰਤਾ ਨਹੀਂ, ਅੰਦਰ ਕੇਵਲ ਤੇ ਕੇਵਲ ਦਿਖਾਵਾ ਬਣਿਆ ਹੋਇਆ ਹੈ। ਅੰਦਰ ਕੇਵਲ ਤੇ ਕੇਵਲ ਲੋਕ ਦਿਖਾਵਾ ਹੀ ਹੈ ਸਾਡੇ ਅੰਦਰ। ਸਤਿਗੁਰੂ ਜੀ ਆਖਦੇ ਨੇ, ਉਧਰ ਜਿਹੜਾ ਹੈ ਇਹ ਵੀ ਮੁਕਾਬਲਾ ਚੱਲਦਾ ਪਿਆ ਸੀ। ਕੁਝ ਕੁ ਸਿੰਘ ਵਿਖਾਵੇ ਵਾਲੇ ਸਨ, ਜਿਹੜੇ ਆਖਦੇ ਸਨ ਪਰੇ ਰਿਹਾ ਕਰ, ਪਰ ਇਹ ਨਿਮਰਤਾ ਦੇ ਨਾਲ ਸੇਵਾ ਕਰਦਾ ਸੀ। ਇਹਨੇ ਆਪਣਾ ਨੇਮ ਨਾ ਛੱਡਿਆ। ਇੱਕ ਦਿਨ ਸਿੰਘਾਂ ਨੂੰ ਬੜਾ ਗੁੱਸਾ ਚੜਿਆ
ਆਖਦੇ ਨੇ ਅੱਜ ਭਾਈ ਜੱਗੇ ਨੂੰ ਸੇਵਾ ਨਹੀਂ ਕਰਨ ਦੇਣੀ। ਅੰਮ੍ਰਿਤ ਵੇਲਾ ਅਜੇ ਹੋਇਆ ਹੀ ਨਹੀਂ ਸੀ, ਅੰਮ੍ਰਿਤ ਵੇਲੇ ਅਜੇ ਉੱਠਣਾ ਸੀ। ਭਾਈ ਜੱਗੇ ਨੇ ਇਹ ਸਿੰਘ ਟੋਲਾ ਬਣਾ ਕੇ ਤੁਰ ਗਏ ਇਹਦੇ ਤੰਬੂ ਦੇ ਵਿੱਚ ਜਿੱਥੇ ਵਿਸ਼ਰਾਮ ਕਰਦਾ ਪਿਆ ਸੀ। ਬੜਾ ਕੁੱਟਿਆ, ਬੜਾ ਹੀ ਕੁੱਟਿਆ, ਕਿਸੇ ਨੇ ਲੱਤਾਂ ਮਾਰੀਆਂ, ਕਿਸੇ ਨੇ ਚਪੇੜਾਂ ਮਾਰੀਆਂ, ਕਿਸੇ ਨੇ ਮੁੱਕੇ ਮਾਰੇ, ਸਿਰ ਪਾੜ ਦਿੱਤਾ ਫੜ ਕੇ, ਬੇਹੋਸ਼ ਹੋ ਗਿਆ। ਜਦੋਂ ਬੇਹੋਸ਼ ਹੋ ਗਿਆ ਸਿੰਘ ਛੱਡ ਕੇ ਆ ਗਏ ਤੇ ਬੜੇ ਪ੍ਰਸੰਨ, ਹੁਣ ਨਹੀਂ ਇਹ ਵੜਦਾ ਗੁਰੂ ਘਰ, ਹੁਣ ਤੇ ਸਿੱਧਾ ਆਪਣੇ ਘਰ ਜਾ ਕੇ ਰੁਕੇਗਾ, ਹੁਣ ਨਹੀਂ ਵੜਦਾ ਇਹ ਗੁਰੂ ਘਰ। ਜਦੋਂ ਦੀਵਾਨ ਦੀ ਸੰਪੂਰਨਤਾ ਹੋ ਗਈ, ਉਧਰੋਂ ਸੂਰਜ ਦੀ ਟਿੱਕੀ ਅਸਮਾਨ ਤੇ ਚੜੀ। ਭਾਈ ਜੱਗੇ ਨੂੰ ਥੋੜੀ ਜੀ ਹੋਸ਼ ਆਈ, ਵੇਖਿਆ ਸੂਰਜ ਚੜ ਗਿਆ। ਬੜਾ ਪਰੇਸ਼ਾਨ ਹੋਇਆ, ਦੌੜਿਆ ਸਤਿਗੁਰਾਂ ਵੱਲ, ਆਪਣੇ ਆਪ ਨੂੰ ਸੰਭਾਲਦਾ ਹੋਇਆ, ਪਾਟੇ ਹੋਏ ਲੀੜਿਆਂ ਨੂੰ ਸੰਭਾਲਦਾ ਹੋਇਆ ਦੀਵਾਨ ਦੇ ਵਿੱਚ ਗਿਆ। ਜਦੋਂ ਦੂਰੋਂ ਜੱਗੇ ਨੂੰ ਭੱਜਦਾ ਹੋਇਆ ਆਉਂਦਿਆਂ ਹੋਇਆ ਵੇਖਿਆ, ਸਤਿਗੁਰਾਂ ਨੇ ਵੀ ਉੱਚੀ ਆਵਾਜ਼ ਮਾਰੀ, ਜੱਗਿਆ ਅੱਜ ਸਵੇਰੇ ਤੂੰ ਸੇਵਾ ਵਿੱਚ ਹਾਜ਼ਰ ਨਹੀਂ ਹੋਇਆ, ਕੀ ਗੱਲ ਹੋ ਗਈ? ਸਿਹਤ ਤੇ ਠੀਕ ਹੈ ਨਾ? ਮੈਂ ਸੋਚਿਆ ਸ਼ਾਇਦ ਬਿਮਾਰ ਹੋਵੇਂਗਾ ਤਾਂ ਹੀ ਸੇਵਾ ਵਿੱਚ ਨਹੀਂ ਆਇਆ। ਜਦੋਂ ਜੱਗਾ ਨੇੜੇ ਹੋਇਆ ਕੀ ਵੇਖਿਆ, ਸਿਰ ਪਾਟਾ ਪਿਆ ਏ, ਲਹੂ ਵਗਦਾ ਪਿਆ, ਲੀੜੇ ਜਿਹੜੇ ਨੇ ਪਾਟੇ ਪਏ ਨੇ। ਸਤਿਗੁਰੂ ਜੀ ਬੜੇ ਹੈਰਾਨ ਹੋਏ, ਜੱਗਿਆ ਤੈਨੂੰ ਕਿੰਨੇ ਕੁੱਟਿਆ? ਤੇਰਾ ਸਿਰ ਪਾਟਾ ਪਿਆ, ਤੇਰੇ ਲੀੜੇ ਕਪਾਟੇ ਪਏ ਨੇ, ਤੈਨੂੰ ਕਿੰਨੇ ਕੁੱਟਿਆ? ਸਾਨੂੰ ਦੱਸ, ਅਸੀਂ ਸਜ਼ਾ ਦੇਵਾਂਗੇ ਜਿੰਨੇ ਤੇਰੇ ਉੱਤੇ ਹਮਲਾ ਕੀਤਾ। ਭਾਈ ਜੱਗੇ ਨੇ ਆਖਿਆ, ਸਤਿਗੁਰੂ ਜੀ ਕੀ ਦੱਸਾਂ, ਮੈਨੂੰ ਤੇ ਪਤਾ ਹੀ ਨਹੀਂ ਲੱਗਾ। ਸਤਿਗੁਰੂ ਜੀ ਆਖਦੇ ਨੇ ਕੀ ਗੱਲ ਹੋ ਗਈ? ਉਹਨੇ ਆਖਿਆ, ਸਤਿਗੁਰੂ ਜੀ ਹਨੇਰਾ ਬਹੁਤ ਸੀ, ਸੱਚੇ ਪਾਤਸ਼ਾਹ ਪਤਾ ਹੀ ਨਹੀਂ ਲੱਗਾ। ਸਤਿਗੁਰੂ ਜੀ ਆਖਦੇ ਨੇ ਚੱਲ ਕਿਸੇ ਦਾ ਨਾਮ ਨਹੀਂ ਪਤਾ, ਸ਼ਕਲ ਯਾਦ ਹੋਵੇ। ਇਹਨੇ ਆਖਿਆ, ਸਤਿਗੁਰੂ ਜੀ ਨਵਾਂ ਨਵਾਂ ਹਾਂ, ਨਾ ਨਾਮ ਯਾਦ ਨੇ, ਹਾਂ ਸ਼ਕਲਾਂ ਜ਼ਰੂਰ ਯਾਦ ਨੇ। ਜਿਹੜੇ ਸਿੰਘਾਂ ਨੇ ਕੁੱਟਿਆ ਸੀ ਹੁਣ ਉਹ ਵੀ ਦਰਬਾਰ ਵਿੱਚ ਬੈਠੇ, ਉਹ ਬੜੇ ਘਬਰਾਏ, ਬੜੇ ਚਿੰਤਾ ਤੁਰ ਵੀ ਜੇ ਇਹਨੇ ਸਾਡਾ ਨਾਮ ਲੈ ਦਿੱਤਾ ਸਤਿਗੁਰੂ ਤੇ ਸਜ਼ਾ ਬੜੀ ਵੱਡੀ ਦੇਣਗੇ ਸਾਨੂੰ ਹੋ ਸਕਦਾ ਗੁਰੂ ਘਰ ਦੇ ਵਿੱਚੋਂ ਹੀ ਕੱਢ ਦੇਣ। ਬੜੀ ਚਿੰਤਾ ਦੇ ਵਿੱਚ ਸਤਿਗੁਰਾਂ ਨੇ ਆਖਿਆ, ਚੱਲ ਸ਼ਕਲ ਨਹੀਂ ਯਾਦ, ਨਾਮ ਨਹੀਂ ਯਾਦ ਤੇ ਸ਼ਕਲ ਯਾਦ ਹੋਵੇਗੀ। ਸ਼ਕਲਾਂ ਦੱਸਦੇ, ਹੁਲੀਆ ਦੱਸਦੇ, ਅਸੀਂ ਸਜ਼ਾ ਦੇਵਾਂਗੇ। ਇਸ ਦਰਬਾਰ ਵਿੱਚ ਤੇ ਨਹੀਂ ਕੋਈ ਉਹ ਸਿੰਘ। ਭਾਈ ਜੱਗੇ ਨੇ ਆਪਣਾ ਚਿਹਰਾ ਚਾਰੇ ਪਾਸੇ ਘੁਮਾਇਆ ਤੇ ਚਾਰੇ ਪਾਸੇ ਘੁਮਾ ਕੇ ਸਤਿਗੁਰਾਂ ਵੱਲ ਮੁੱਖ ਕਰਕੇ ਹੱਥ ਜੋੜ ਕੇ ਆਖਦਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਸਿੰਘ ਆਏ ਸਨ ਕੁੱਟਣ ਦੇ ਲਈ, ਉਹਨਾਂ ਦੇ ਚਿਹਰੇ ਮੈਨੂੰ ਯਾਦ ਨੇ। ਕਿਵੇਂ ਦੇ ਚਿਹਰੇ ਨੇ? ਹੁਲੀਆ ਦੱਸ। ਭਾਈ ਜੱਗਾ ਸਿੰਘ ਆਖਦਾ, ਸੱਚੇ ਪਾਤਸ਼ਾਹ, ਉਹਨਾਂ ਨੇ ਨਾ ਤੇਰੇ ਵਾਂਗੂ ਕਲਗੀ ਸਜਾਈ ਹੋਈ ਸੀ, ਸੱਚੇ ਪਾਤਸ਼ਾਹ ਤੇਰੇ ਵਾਂਗੂ ਹੀ ਦਮਾਲਾ ਸਜਾਇਆ ਹੋਇਆ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੇਰੇ ਵਾਂਗੂ ਹੀ ਸ਼ਾਹੀ ਪੋਸ਼ਾਕ ਪਹਿਨੀ ਹੋਈ ਸੀ, ਸੱਚੇ ਪਾਤਸ਼ਾਹ ਤੇਰੇ ਵਾਂਗੂ ਹੀ ਸ਼ਸਤਰ ਸਜਾਏ ਹੋਏ ਸਨ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ, ਮੈਨੂੰ ਤੇ ਇਉਂ ਲੱਗਦਾ ਉਹਨਾਂ ਸਿੰਘਾਂ ਦੇ ਵਿੱਚ ਤੂੰ ਹੀ ਮੇਰੀ ਸੇਵਾ ਕਰ ਗਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਇਹ ਸ਼ਬਦ ਸੁਣੇ ਨਾ, ਭਾਈ ਜੱਗਾ ਸਿੰਘ ਨੂੰ ਘੁੱਟ ਕੇ ਆਪਣੇ ਸੀਨੇ ਲਾ ਲਿਆ ਤੇ ਸੀਨੇ ਨਾਲ ਲਾ ਕੇ ਆਖਿਆ, ਭਾਈ ਜੱਗਾ ਸਿੰਘ, ਜਿਸ ਇੱਕ ਓੰਕਾਰ ਦਾ ਸਬਕ ਮੈਂ ਸਮੁੱਚੇ ਸੇਵਾਦਾਰਾਂ ਨੂੰ ਪੜਾਉਣਾ ਪਰ ਅਜੇ ਤੱਕ ਕੁਝ ਨਹੀਂ ਪੜ ਸਕੇ, ਉਸ ਇੱਕ ਓੰਕਾਰ ਦਾ ਸਬਕ ਕੇਵਲ 1 ਮਹੀਨੇ ਦੇ ਵਿੱਚ ਹੀ ਭਾਈ ਜੱਗਿਆ ਤੂੰ ਪੜ ਗਿਆ। ਸਾਰਿਆਂ ਦੇ ਵਿੱਚ ਤੈਨੂੰ ਰੱਬ ਨਜ਼ਰ ਆ ਗਿਆ। ਭਾਈ ਜੱਗਿਆ, ਹੁਣ ਤੇਰਾ ਧਰਮ, ਤੇਰੀ ਗ੍ਰਸਥ ਧਰਮ, ਤੇਰਾ ਗ੍ਰਸਥ ਜਿਹੜਾ ਕੇਵਲ ਗ੍ਰਸਥ ਨਹੀਂ, ਤੇਰੀ ਗ੍ਰਸਥ ਧਰਮ ਬਣ ਗਿਆ। ਇਹ ਭਾਈ ਜੱਗਿਆ ਤੈਨੂੰ ਸਾਰਿਆਂ ਦੇ ਵਿੱਚੋਂ ਰੱਬ ਨਜ਼ਰ ਆਉਣ ਲੱਗ ਪਿਆ। ਹੁਣ ਤੂੰ ਆਪਣੀ ਪਤੀ ਵਿੱਚੋਂ, ਪਤਨੀ ਵਿੱਚੋਂ ਵੀ ਰੱਬ ਵੇਖੇਗਾ। ਹੁਣ ਤੈਨੂੰ ਆਪਣੇ ਬੱਚਿਆਂ ਵਿੱਚੋਂ ਵੀ ਰੱਬ ਨਜ਼ਰ ਆਵੇਗਾ। ਹੁਣ ਸਮੁੱਚੇ ਸੰਸਾਰ ਦੇ ਜੀਵਾਂ ਦੇ ਅੰਦਰੋਂ ਹੀ ਤੈਨੂੰ ਰੱਬ ਨਜ਼ਰ ਆਵੇਗਾ। ਭਾਈ ਜੱਗਿਆ, ਤੈਨੂੰ ਇੱਕ ਓੰਕਾਰ ਦਾ ਸਬਕ ਚੇਤੇ ਹੋ ਗਿਆ ਹੈ। ਹੁਣ ਇਹੀ ਸਬਕ ਤੇ ਅਸੀਂ ਯਾਦ ਰੱਖਣਾ ਹੈ, ਪਰ ਅਸੀਂ ਭੁੱਲ ਗਏ ਹਾਂ। ਪਤਨੀ ਨੂੰ ਪਤੀ ਦੇ ਵਿੱਚੋਂ ਰੱਬ ਨਜ਼ਰ ਆਉਣ ਲੱਗ ਜਾਵੇ। ਪਤਨੀ ਗੁਰੂ ਸਵਾਰਿਓ ਪਤੀ ਨੂੰ ਧੋਖਾ ਨਹੀਂ ਦੇਵੇਗੀ, ਰੱਬ ਜਾਣ ਕੇ ਸੇਵਾ ਕਰੇਗੀ। ਪਤੀ ਨੂੰ ਪਤਨੀ ਦੇ ਵਿੱਚੋਂ ਰੱਬ ਨਜ਼ਰ ਆਉਣ ਲੱਗ ਜਾਵੇ। ਪਤੀ ਕਦੀ ਬਾਹਰ ਨਿਗਾਹ ਨਹੀਂ ਮਾਰੇਗਾ। ਪਤੀ ਆਪਣੀ ਪਤਨੀ ਨੂੰ ਰੱਬ ਜਾਣ ਕੇ ਉਹਦੇ ਨਾਲ ਸਨੇਹ ਕਰੇਗਾ। ਪਤੀ ਪਤਨੀ ਨੂੰ, ਮਾਤਾ ਪਿਤਾ ਨੂੰ ਬੱਚਿਆਂ ਵਿੱਚੋਂ ਰੱਬ ਨਜ਼ਰ ਆਉਣ ਲੱਗ ਜਾਵੇ ਤੇ ਪਤੀ ਪਤਨੀ ਮਾਤਾ ਪਿਤਾ ਆਪਣੇ ਬੱਚਿਆਂ ਦਾ ਸਤਿਕਾਰ ਕਰਨਗੇ। ਬੱਚਿਆਂ ਨੂੰ ਮਾਤਾ ਪਿਤਾ ਵਿੱਚੋਂ ਰੱਬ ਨਜ਼ਰ ਆਉਣ ਲੱਗ ਜਾਵੇ, ਬੱਚੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਗੇ। ਗੁਰੂ ਸਵਾਰਿਓ,
ਇਸੇ ਨਿਰਵੈਰਤਾ ਦੇ ਗੁਣ ਨੂੰ ਜੀਵਨ ਦੇ ਵਿੱਚ ਧਾਰਨ ਕਰੀਏ ਤਾਂ ਹੀ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਨਜ਼ਰ ਆਵੇਗਾ। ਤਾਂ ਹੀ ਸਾਨੂੰ ਪਤਾ ਲੱਗੇਗਾ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਤਾਂ ਹੀ ਸਾਨੂੰ ਗਿਆਨ